ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਤਾਂ ਦਰਸ਼ਕੋ, ਜਿਵੇਂ ਆਪਾਂ ਕੱਲ ਤੋਂ ਹੀ ਤੁਹਾਡੇ ਨਾਲ ਜਿਹੜੀ ਸੂਚਨਾ ਸਾਂਝੀ ਕੀਤੀ ਸੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੇ ਬਾਅਦ ਮਨਜਿੰਦਰ ਸਿੰਘ ਸਿਰਸਾ ਦੇ ਰਾਹੀਂ ਬੀਜੇਪੀ ਦਾ ਪੱਲਾ ਫੜ ਲਿਆ ਗਿਆ। ਕੱਲ ਤੋਂ ਹੀ ਇਹ ਗੱਲ ਹੈ, ਜਿਹੜੀ ਇਹ ਖਬਰ ਹੈ, ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤੇ ਮਨਜਿੰਦਰ ਸਿੰਘ ਸਿਰਸਾ ਦੇ ਬੀਜੇਪੀ ਜੁਆਇਨ ਕਰਨ ਦੇ ਬਾਅਦ ਸਾਰੇ ਹੀ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ, ਜਾਂ ਇਹੋ ਜਿਹਾ ਕਿਹਾ ਜਾ ਸਕਦਾ ਹੈ ਕਿ ਸਾਡੇ ਸਿੱਖ ਜਗਤ ਦੇ ਵਿੱਚ ਰੋਸ਼ ਹੈ। ਕਿਉਂਕਿ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਸਿੱਖ ਸਮਾਜ ਆ ਜਿਹੜਾ ਲਗਾਤਾਰ ਬਾਰਡਰਾਂ ਦੇ ਬੈਠੇ ਕਿਸਾਨ ਜਿਹੜੇ ਚਾਹੇ ਟਿਕਰੀ ਬਾਰਡਰ ਦੀ ਗੱਲ ਕੀਤੀ ਜਾਵੇ, ਸਿੰਘੂ ਬਾਰਡਰ ਦੀ ਗੱਲ ਕੀਤੀ ਜਾਵੇ, ਆਪਣੇ ਹੱਕਾਂ ਦੇ ਲਈ ਕਿਸਾਨ ਬੈਠੇ ਸਨ। ਸਿੱਖ ਜਗਤ ਨੇ ਪੂਰਾ ਸਾਥ ਦਿੱਤਾ ਹੈ ਕਿ ਜਿਹੜੇ ਸਰਕਾਰ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਨਾਲ। ਤਾਂ ਉੱਥੇ ਹੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਉਸ ਸਮੇਂ ਬਹੁਤ ਸਾਰੀ ਜਿਹੜੀ ਸਿੰਪੈਥੀ ਸ਼ੋ ਕੀਤੀ ਜਾ ਰਹੀ ਸੀ ਕਿਸਾਨਾਂ ਦੇ ਲਈ। ਤਾਂ ਹੁਣ ਇਸ ਸਮੇਂ ਸਾਰੇ ਹੀ ਇਸ ਗੱਲ ਨੂੰ ਲੈ ਕੇ ਬੜੇ ਹੈਰਾਨੀ ਦੇ ਵਿੱਚ ਨੇ ਕਿ ਚੰਦ ਦਿਨਾਂ ਦੇ ਵਿੱਚ ਕਿਸੇ ਦੀ ਸਟੇਟਮੈਂਟ ਕਿਵੇਂ ਬਦਲ ਸਕਦੀ ਆ। ਤਾਂ ਇਹ ਸਾਡੇ ਵਿਚਕਾਰ ਬੈਠੇ ਹੋਏ ਸਾਡੇ ਹੀ ਭੈਣ ਭਰਾ ਜਾਂ ਸਾਡੇ ਵਿਚਕਾਰ ਬੈਠੇ ਹੋਏ ਲੋਕ ਹੀ ਨੇ ਜਿਹੜੇ ਬਹਿਰੂਪੀਏ ਬਣ ਕੇ ਸਾਡੇ ਵਿਚਕਾਰ ਬੈਠੇ ਹੋਏ ਨੇ। ਅਜਿਹਾ ਸਾਰਿਆਂ ਦੇ ਲਈ ਇੱਕ ਸਵਾਲ ਬਣਿਆ ਹੋਇਆ। ਤਾਂ ਇਹਦੇ ਉੱਪਰ ਹੀ ਅੱਜ ਜੇਕਰ ਗੱਲ ਕੀਤੀ ਜਾਵੇ, SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਜੋ ਵੀ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਰਾਹੀਂ ਕੀਤਾ ਗਿਆ ਬੀਜੇਪੀ ਦਾ ਪੱਲਾ ਫੜਨਾ, ਉਹਦੀ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਨਵੇਂ ਨਿਯੁਕਤ ਕੀਤੇ ਗਏ SGPC ਦੇ ਨਵ ਨਿਯੁਕਤ ਪ੍ਰਧਾਨ ਨੇ, ਉਹਨਾਂ ਨੇ ਵੀ ਕਿਹਾ ਕਿ ਇਸ ਦੀ ਸਾਰਿਆਂ ਦੇ ਵੱਲੋਂ ਉਹਨਾਂ ਦੇ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਕੀ ਕਿਹਾ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਵਿੱਚ, ਆਓ ਸੁਣਦੇ। ਪਿਛਲੇ ਦਿਨੀ ਕੱਲ ਮੈਂ ਤਾਂ ਮੰਦਭਾਗੀ ਖਬਰ ਹੀ ਉਹਨੂੰ ਕਹੂੰਗਾ ਤੇ ਹੈ ਵੀ ਮੰਦਭਾਗੀ, ਸਰਦਾਰ ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ, ਉੱਥੇ MLA ਦੀ ਟਿਕਟ ਵੀ ਦਿੱਤੀ, ਚਲੋ ਜਿੱਤ ਨਹੀਂ ਹਾਸਲ ਹੋਈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਮੁੱਖ ਸੇਵਾਦਾਰ ਪ੍ਰਧਾਨ ਦੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਸਥਾਪਿਤ ਕੀਤਾ ਤੇ ਉਹਨਾਂ ਦਾ ਕੱਲ ਬੀਜੇਪੀ 'ਚ ਜਾਣਾ ਮੈਂ ਸਮਝਦਾ ਬਹੁਤ ਵੱਡਾ ਮੰਦਭਾਗਾ ਆ ਸਾਡੇ ਲਈ। ਨਹੀਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਸੰਸਥਾ, ਮੈਂ ਬਤੌਰ ਮੁੱਖ ਸੇਵਾਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿ ਸਕਦਾ ਕਿ ਜਿਸ ਪਾਰਟੀ ਨੇ ਲਗਭਗ 700 ਤੋਂ ਵੱਧ ਜ਼ਿਮੀਂਦਾਰਾਂ ਦੀਆਂ ਉਹ ਜਾਨਾਂ ਲਈ ਜ਼ਿੰਮੇਵਾਰ ਆ ਤੇ ਉਸ ਪਾਰਟੀ ਦਾ ਸਾਥ ਦਿੱਤਾ, ਜਿਹੜੀ ਪਾਰਟੀ ਅੱਜ ਮਿਨੋਰਟੀਆਂ ਦੇ ਉੱਤੇ ਬਹੁਤ ਵੱਡੇ ਹਮਲੇ ਕਰ ਰਹੀ ਹੈ। ਸੋ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਪਤਾ ਨਹੀਂ ਕਿਹੜੀ ਮਜਬੂਰੀ ਰਹੀ ਹੋਊਗੀ ਵੀ ਐਡੇ ਵੱਡੇ ਜਦੋਜਹਿਦ ਦੇ ਵਿੱਚ ਉਹਨਾਂ ਨੇ ਬੀਜੇਪੀ ਦਾ ਹੱਥ ਥੰਮਿਆ। ਤੇ ਅਸੀਂ ਜਦੋਂ ਇਲੈਕਸ਼ਨ ਹਾਰ ਵੀ ਗਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇੱਕ ਨੋਮੀਨੇਸ਼ਨ ਉਹਨਾਂ ਦੀ, ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਅਸੀਂ ਭੇਜ ਸਕਦੇ, ਉਹਨਾਂ ਦੀ ਨੋਮੀਨੇਸ਼ਨ ਭੇਜੀ, ਪਰ ਉਹਦੇ ਵਿੱਚ ਡਾਇਰੈਕਟਰ ਸਾਹਿਬ ਨੇ ਜਿਹੜਾ ਟੈਸਟ ਲਿਆ ਉਹਦੇ ਵਿੱਚ ਹੁਣ ਜੇ ਗੁਰਮੁਖੀ ਨਹੀਂ ਆਈ, ਦੂਜੇ ਨਹੀਂ ਆਏ, ਇਹ ਤਾਂ ਉਹਨਾਂ ਦਾ ਜਾਤ ਦੇ ਨਾਲ ਸੰਬੰਧਿਤ ਹੈ, ਮੈਂ ਉਹ 'ਤੇ ਕੋਈ ਕਟਾਕਸ਼ ਨਹੀਂ ਕਰਦਾ, ਪਰ ਅਸੀਂ ਪੂਰਤੀ ਫਿਰ ਵੀ ਨਿਭਾਈ ਇਸ ਕਰਕੇ ਕਿਉਂ ਉਹ ਸਤਿਕਾਰਤ ਮੈਂਬਰ ਸੀ ਤੇ ਮੁੜ ਕੇ ਕਿਉਂਕਿ ਮੈਜੋਰਟੀ ਸੀ ਤੇ ਉੱਥੇ ਬਣ ਜਾਣਗੇ ਮੈਂਬਰ। ਇੱਥੇ ਤੱਕ ਨਹੀਂ, ਅਸੀਂ ਹਾਈ ਕੋਰਟ ਦੇ ਵਿੱਚ ਫਿਰ ਪਟੀਸ਼ਨ ਵੀ ਪਾਈ ਕਿ ਜਿਹੜੀ ਇਹਨਾਂ ਦੀ ਨੋਮੀਨੇਸ਼ਨ ਤੁਸੀਂ ਇਹ ਰਿਜੈਕਟ ਕੀਤੀ, ਗਲਤ ਹੈ। ਸੋ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਮੈਂ ਸਮਝਦਾ ਸਾਡਾ ਘੱਟ ਨੁਕਸਾਨ ਕੀਤਾ, ਆਪਣਾ ਜਾਤੀ ਵੱਧ ਕੀਤਾ। ਬਤੌਰ ਗੁਰੂ ਕਾ ਸਿੱਖ ਉਹ ਸਮਾਂ ਪਹਿਲਾਂ ਜਦੋਂ ਆਪਾਂ ਝਾਤ ਮਾਰੀਏ ਵੀ ਬੀਜੇਪੀ ਥੋੜਾ ਹੌਲੀ ਹੌਲੀ ਸਾਰਾ ਸਿਸਟਮ ਕਲੈਪਸ ਕਰ ਰਹੀ ਸੀ ਤੇ ਹੁਣ ਤਕਰੀਬਨ ਲਗਭਗ ਕਲੈਪਸ ਦੇ ਕੰਢੇ ਸੀ। ਚਲੋ ਜ਼ਿਮੀਂਦਾਰਾਂ ਨਾਲ ਭਾਵੇਂ ਸਮਝੌਤਾ ਕਰ ਲਿਆ, ਪਰ ਜਿੱਡਾ ਵੱਡਾ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਜਾਂ ਭਾਰਤ ਦੇ ਲੋਕਾਂ ਨੂੰ ਭੁਗਤਣਾ ਪਿਆ, ਉਹ ਵੀ ਇੱਕ ਮਿਸਾਲ ਹੀ ਆ ਵੀ 1 ਸਾਲ ਲਗਾਤਾਰ ਸੰਘਰਸ਼ ਚੱਲਿਆ। ਸੋ ਮੈਂ ਪੁਰਜੋਰ ਸ਼ਬਦਾਂ ਦੇ ਵਿੱਚ ਇਹਦੀ ਨਖੇਧੀ ਕਹਿ ਸਕਦਾ, ਹੋਰ ਮੈਂ ਕੀ ਕਹਿ ਸਕਦਾ। ਤੇ ਉਹਨੂੰ ਵੀਰ ਨੂੰ ਵੀ ਮੈਂ ਆਪਣੀ ਇੱਕ ਸੁਝਾਅ ਦਿੰਦਾ, ਮੁੱਖ ਸੇਵਾਦਾਰ
ਸ਼੍ਰੋਮਣੀ ਕਮੇਟੀ ਦਾ ਹੋਣ ਦੇ ਨਾਤੇ ਕੋਈ ਨਹੀਂ, ਗਲਤੀਆਂ ਹੋ ਜਾਂਦੀਆਂ, ਮੁੜ ਕੇ ਆਪਣੇ ਘਰ ਆ ਜਾਓ। ਇਹ ਬੀਜੇਪੀ ਤੋਂ ਤੁਸੀਂ ਅੱਖ ਥੱਕ ਕੇ ਫਿਰ ਦੁਬਾਰਾ ਮੁੜਨਾ ਆ। ਸੋ ਇਹਦੇ ਵਿੱਚ ਵੱਡਾ ਜਿਹੜਾ ਤੁਹਾਡਾ, ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਤੋਂ ਬਾਅਦ ਇਹੋ ਜਿਹੀਆਂ ਗਲਤੀਆਂ ਕਰਨੀਆਂ, ਇਹ ਤੁਹਾਡੇ ਲਈ ਵੀ ਤੱਬਾ ਤੇ ਕੌਮ ਦੇ ਵੀ ਇੱਕ ਤੱਬਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਜਿਹੜੀ ਕਿ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਹੋਣਾ ਦੇ ਵੱਲੋਂ ਕਹੀ ਗਈ ਹੈ। ਉਹਨਾਂ ਨੇ ਆਪਣੇ ਸ਼ਬਦਾਂ ਦੇ ਰਾਹੀਂ ਇਹ ਕਿਹਾ ਕਿ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ। ਗਲਤੀਆਂ ਇਨਸਾਨ ਕੋਲ ਹੋ ਜਾਂਦੀਆਂ ਨੇ। ਉਹਨਾਂ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਹੋਣਾ ਨੂੰ ਇੱਕ ਮੌਕਾ ਅਸੀਂ ਦੇ ਰਹੇ ਹਾਂ ਕਿ ਉਹ ਆਪਣੀ ਗਲਤੀ ਨੂੰ ਸੁਧਾਰ ਸਕਦੇ ਨੇ, ਕਿਉਂਕਿ ਇਹ ਸਭ ਉਹਨਾਂ ਦੀ ਇਹੋ ਜਿਹਾ ਜਿਹੜੇ ਐਚਪੀਸੀ ਦੇ ਪ੍ਰਧਾਨ ਨਵੇਂ ਨਿਯੁਕਤ ਕੀਤੇ ਗਏ ਸਰਦਾਰ ਹਰਜਿੰਦਰ ਸਿੰਘ ਜੀ ਨੇ, ਉਹਨਾਂ ਨੇ ਕਿਹਾ ਕਿ ਇਹੋ ਜਿਹੀਆਂ ਗੱਲਾਂ ਕਰਨੀਆਂ ਕਿ ਇਹਨਾਂ ਮੁੱਦਿਆਂ ਨੂੰ ਜਿਹੜਾ ਹੱਲ ਕਰਨ ਦੇ ਲਈ ਇਹ ਸਾਰਾ ਸਟੈਪ ਲਿਆ ਗਿਆ, ਉਹਨਾਂ ਨੂੰ ਉਹ ਇੱਕ ਬਹਾਨੇਬਾਜ਼ੀ ਹੀ ਕਰਾਰ ਦੇ ਰਹੇ ਨੇ। ਸਖਤ ਨਿਖੇਧੀ ਕੀਤੀ ਗਈ ਹੈ, ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ। ਤੇ ਨਾਲ ਹੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਨੇ ਵੀ ਮਨਜਿੰਦਰ ਸਿੰਘ ਸਿਰਸਾ ਹੋਣਾ ਦਾ ਬੀਜੇਪੀ ਵਿੱਚ ਸ਼ਾਮਿਲ ਹੋਣ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੀ ਕਿਹਾ ਉਹਨਾਂ ਨੇ, ਆਓ ਆਪਾਂ ਵੀ ਸੁਣ ਲੈਂਦੇ ਹਾਂ। ਦੇਖੋ, ਜਦੋਂ ਵਿਦੇਸ਼ੀ ਹੁਕਮਰਾਨ ਭਾਰਤ ਆਏ ਤੇ ਉਹਨਾਂ ਨੇ ਭਾਰਤ ਤੇ ਕਬਜ਼ਾ ਕਰਨ ਤੋਂ ਬਾਅਦ ਲੋਕਾਂ ਨੂੰ ਕਿਹਾ ਕਿ ਜਾਂ ਧਰਮ ਚੁਣ ਲਓ ਜਾਂ ਕਰਮ ਚੁਣ ਲਓ। ਜਿਨ੍ਹਾਂ ਨੂੰ ਧਰਮ ਪਿਆਰਾ ਸੀ ਉਹਨਾਂ ਨੇ ਧਰਮ ਚੁਣ ਲਿਆ, ਜਿਨ੍ਹਾਂ ਨੂੰ ਕਰਮ ਪਿਆਰਾ ਸੀ ਉਹਨਾਂ ਨੇ ਕਰਮ ਚੁਣ ਲਿਆ। ਜਦੋਂ ਮੁਗਲ ਸ਼ਾਸਕ ਜਿਹੜੇ ਸੀ ਉਹ ਭਾਰਤ ਦੇ ਅੰਦਰ ਆਏ ਤੇ ਉਹਨਾਂ ਨੇ ਇਹ ਕਿਹਾ ਕਿ ਜਾਂ ਧਰਮ ਚੁਣ ਲਓ ਤੇ ਜਾਂ ਜ਼ਿੰਦਗੀ ਚੁਣ ਲਓ। ਕਈਆਂ ਨੇ ਧਰਮ ਚੁਣਿਆ, ਕਈਆਂ ਨੇ ਜ਼ਿੰਦਗੀ ਚੁਣੀ। ਜਿਨ੍ਹਾਂ ਨੇ ਜ਼ਿੰਦਗੀ ਚੁਣੀ ਉਹਨਾਂ ਨੇ ਧਰਮ ਛੱਡਤਾ, ਜਿਨ੍ਹਾਂ ਨੇ ਧਰਮ ਚੁਣਿਆ ਉਹਨਾਂ ਨੇ ਜ਼ਿੰਦਗੀ ਛੱਡਤੀ। ਮੇਰੀ ਕੱਲ ਸਵੇਰੇ ਹੀ ਸਰਸੇ ਨਾਲ ਗੱਲ ਹੋਈ ਸੀ ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਅੱਗੇ ਵੀ ਇਹ ਪੇਸ਼ਕਸ਼ ਰੱਖੀ ਗਈ ਕਿ ਜਾਂ ਬੀਜੇਪੀ ਜੁਆਇਨ ਕਰੋ ਤੇ ਜਾਂ ਫਿਰ ਜੇਲ੍ਹ ਜਾਓ, ਤੇ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ। ਔਰ ਬਿਲਕੁਲ ਉਵੇਂ ਹੋਇਆ ਜਿਵੇਂ ਮੁਗਲਾਂ ਦੇ ਦੌਰ ਦੇ ਵਿੱਚ ਜਾਂ ਵਿਦੇਸ਼ੀ ਹੁਕਮਰਾਨ ਮੁਗਲਾਂ ਤੋਂ ਜਿਹੜੇ ਪਹਿਲੋਂ ਆਏ ਸੀ ਉਹਨਾਂ ਦੇ ਦੌਰ ਦੇ ਵਿੱਚ ਜਿਵੇਂ ਹੁੰਦਾ ਸੀ। ਫਰਕ ਸਿਰਫ ਇੰਨਾ ਹੈ ਕਿ ਉਦੋਂ ਧਰਮ ਤੇ ਕਰਮ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ, ਜਾਂ ਧਰਮ ਚੋਂ ਜ਼ਿੰਦਗੀ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ। ਤੇ ਸਰਸੇ ਨੂੰ ਜੇਲ੍ਹ ਤੇ ਬੀਜੇਪੀ ਦੋਨਾਂ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਤੇ ਉਹਨੇ ਬੀਜੇਪੀ ਚੁਣ ਲਈ। ਔਰ ਇਹਦੇ ਲਈ ਦਿੱਲੀ ਦੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਗੂ ਵੀ, ਜਿਨ੍ਹਾਂ ਨੇ ਜ਼ਮੀਨ ਤਿਆਰ ਕੀਤੀ ਉਹਨੂੰ ਬੀਜੇਪੀ 'ਚ ਜਾਣ ਵਾਸਤੇ ਮਜਬੂਰ ਕਰਨ ਲਈ, ਉਹ ਵੀ ਜ਼ਿੰਮੇਵਾਰ ਹੈ। ਔਰ ਇਹ ਉਹਨਾਂ ਦੀ ਰਾਜਨੀਤਿਕ ਭੁੱਲ ਵੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੀ ਇੱਕ ਵਾਹਿਦ ਜਥੇਬੰਦੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਉਹਦੇ ਪ੍ਰੈਜ਼ੀਡੈਂਟ ਦੇ ਉੱਤੇ, ਕੱਲੇ ਪ੍ਰੈਜ਼ੀਡੈਂਟ ਦੇ ਉੱਤੇ ਨਹੀਂ ਬਲਕਿ 11 ਹੋਰ ਜਿਹੜੇ ਇਲੈਕਟਡ ਮੈਂਬਰ ਨੇ, ਚੁਣ ਕੇ ਆਏ ਨੇ ਸੰਗਤ ਵੱਲੋਂ, ਉਹਨਾਂ ਦੇ ਉੱਤੇ ਬੋਕਸ ਜਿਹੜੇ ਆ ਉਹ ਪਰਚੇ ਦਰਜ ਕਰਵਾਏ ਜਾਂਦੇ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਇਹ ਸਾਰਾ ਕੁਝ ਛੱਡੋ ਤੇ ਸਾਡੇ ਵੱਲ ਆਓ। ਇਹ ਮੈਂ ਸਮਝਦਾ ਕਿ ਬਿਲਕੁਲ ਗਲਤ ਹੈ। ਹੋ ਸਕਦਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਾ ਪ੍ਰਬੰਧ ਉਹ ਸੰਭਾਲ ਲੈਣ, ਪਰ ਕਿਤੇ ਨਾ ਕਿਤੇ ਇਹਦੇ ਲਈ ਸਾਡੇ ਸਿੱਖ ਵੀ ਜ਼ਿੰਮੇਦਾਰ ਹੋਣਗੇ। ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਆਪਾਂ ਦੇਖਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਰਾਹੀਂ ਵੀ ਜਿਹੜੀ ਪ੍ਰਤੀਕਿਰਿਆ ਦਿੱਤੀ ਗਈ ਹੈ, ਉਹਨਾਂ ਨੇ ਕਿਹਾ ਕਿ ਜੋ ਵੀ ਹੋਇਆ ਜਿਹੜਾ ਉਹ ਸਹੀ ਨਹੀਂ ਹੋਇਆ। ਹਰ ਇੱਕ ਚੀਜ਼ ਦਾ ਜਿਹੜਾ, ਹਰ ਇੱਕ ਗੱਲ ਦਾ ਹੱਲ ਹੈ ਉਹ ਜ਼ਰੂਰ ਨਿਕਲ ਜਾਂਦਾ ਹੁੰਦਾ ਹੈ। ਜ਼ਰੂਰੀ ਨਹੀਂ ਕਿ ਤੁਸੀਂ ਬਿਲਕੁਲ ਹੀ ਨੀਵੇਂ ਹੀ ਹੋ ਜਾਓ, ਬਿਲਕੁਲ ਹੀ ਕਹਿੰਦੇ ਨੇ ਗੋਡੇ ਹੀ ਟੇਕ ਦਿਓ, ਅਜਿਹਾ ਨਹੀਂ ਹੁੰਦਾ। ਹਰ ਇੱਕ ਗੱਲ ਦਾ ਹੱਲ ਹੁੰਦਾ, ਹੱਲ ਕੱਢ ਕੇ ਨਿਕਲਦਾ ਹੁੰਦਾ। ਤਾਂ ਸਿੱਖ ਜਗਤ ਦੇ ਵਿੱਚ, ਜਿੱਦਾਂ ਕਿ ਨਾਲ ਹੀ ਇੱਥੇ ਮੇਰੇ ਵੀਰ ਇੱਕ ਕਮੈਂਟ ਕਰ ਰਹੇ ਨੇ, ਸੁਰਜੀਤ ਸਿੰਘ ਜੀ, ਉਹਨਾਂ ਨੇ ਕਿਹਾ, ਬਿਲਕੁਲ ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਸਿੱਖ ਕੌਮ ਨੂੰ ਬੜਾ ਮਾਣ ਸੀ ਸਿਰਸਾ ਤੇ, ਪਰ ਕੀ ਮਜਬੂਰੀ ਹੋਈ? ਅੱਛਾ, ਉਹਦੀ ਮਜਬੂਰੀ ਸੀ ਨਹੀਂ ਤਾਂ ਬੀਜੇਪੀ ਨੇ ਉਸ ਨੂੰ ਜੇਲ੍ਹ ਵਿੱਚ ਭੇਜ ਦੇਣਾ ਸੀ।
ਬਿਲਕੁਲ ਸਾਨੂੰ ਬਹੁਤ ਜ਼ਿਆਦਾ ਮਾਣ ਸੀ। ਅਸੀਂ ਇੱਕ ਤਾਂ ਹੀ ਤਾਂ ਕਹਿੰਦੇ ਨੇ ਕੁਝ ਵੀ ਜਦੋਂ ਵੀ ਕੋਈ ਹਾਲਾਤ ਪੈਦਾ ਹੁੰਦੇ ਨੇ ਕੁਛ ਨਾ ਕੁਛ ਜਿਹੜੇ ਸਿਖਾ ਕੇ ਜਾਂਦੇ ਨੇ, ਸਿੱਖ ਗਏ ਆ। ਸਿੱਖ ਲਈਏ ਅਸੀਂ ਕਿ ਜਦੋਂ ਵੀ ਆਪਾਂ ਕਿਸੇ ਨੂੰ ਸੋਚਦੇ ਹਾਂ ਕਿ ਸਾਡੀ ਆਵਾਜ਼ ਨੂੰ ਅਗਾਂਹ ਤੱਕ ਪਹੁੰਚਾਉਣਗੇ ਤਾਂ ਆਪਦੀ ਆਵਾਜ਼ ਆਪ ਬਣੋ। ਹਰ ਇੱਕ ਬੰਦੇ ਦੇ ਵਿੱਚ ਆਪਣੀ ਆਪਣੀ ਗੱਲ ਕਰਨ ਦੀ ਵਾਹਿਗੁਰੂ ਪਰਮਾਤਮਾ ਨੇ ਤੁਹਾਨੂੰ ਸ਼ਕਤੀ ਦਿੱਤੀ, ਆਪਣੀ ਤਾਕਤ ਆਪ ਬਣੋ। ਤਾਂ ਇਸ ਕਰਕੇ ਬਹੁਤਾ ਕਿਸੇ ਤੇ ਭਰੋਸਾ ਕਰਨ ਤੋਂ ਪਹਿਲਾਂ ਹੁਣ ਸਾਨੂੰ 100 ਵਾਰੀ ਸੋਚਣਾ ਚਾਹੀਦਾ, ਕਿਉਂਕਿ ਕਹਿੰਦੇ ਨੇ ਨਾ ਘਰ ਦਾ ਭੇਤੀ ਜਿਹੜਾ ਸ਼ਾਇਦ ਉਹ ਸਾਡੇ ਵਿਚਕਾਰ ਹੀ ਹੋਵੇ। ਤਾਂ ਕੋਈ ਵੀ ਹਾਲਾਤ ਜਦੋਂ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਕੌਮਾਂ ਦੇ ਵਿੱਚ ਆਉਂਦੇ ਨੇ, ਕਿਸੇ ਵੀ ਕਮਿਊਨਿਟੀ ਦੇ ਵਿੱਚ ਪੈਦਾ ਹੁੰਦੇ ਨੇ, ਕੁਛ ਨਾ ਕੁਛ ਸਿਖਾ ਕੇ ਜਾਂਦੇ ਨੇ। ਤਾਂ ਆਪਾਂ ਜਿਹੜੇ ਐਸਜੀਪੀਸੀ ਦੇ ਪ੍ਰਧਾਨ, ਨਵੇਂ ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਹੋਣਾ ਦੀ ਪ੍ਰਤੀਕਿਰਿਆ ਵੀ ਸੁਣੀ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਵੀ ਪ੍ਰਤੀਕਿਰਿਆ ਸੁਣੀ ਹੈ। ਉਹਨਾਂ ਨੇ ਕਿਹਾ ਕਿ ਕਿਉਂਕਿ ਉਹਨਾਂ ਦੀ ਸਿਰਸਾ ਸਾਹਿਬ ਨਾਲ ਗੱਲ ਹੋਈ ਹੈ, ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਗੱਲ ਕਰਨ ਦੇ ਦੌਰਾਨ ਇਹੀ ਪਤਾ ਲੱਗਿਆ ਕਿ ਉਹਨਾਂ ਦੇ ਸਾਹਮਣੇ 2 ਆਪਸ਼ਨ ਰੱਖੇ ਗਏ ਨੇ, ਜਾਂ ਤਾਂ ਬੀਜੇਪੀ ਜੁਆਇਨ ਕਰ ਲਓ ਤੇ ਜਾਂ ਫਿਰ ਜੇਲ੍ਹ ਵਿੱਚ ਚਲੇ ਜਾਓ। ਤਾਂ ਦੁਨਿਆਵੀ ਤੌਰ ਤੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਮੌਤ ਚੇਤਾ ਨਹੀਂ ਰਹਿੰਦੀ ਕਿ ਅਸੀਂ ਇੱਕ ਦਿਨ ਮਰ ਜਾਣਾ, ਔਰ ਅਸੀਂ ਜਿਸ ਕੌਮ ਦੇ ਵਿੱਚ ਪੈਦਾ ਹੋਏ, ਜਿਸ ਕੌਮ ਦਾ ਕਰਜ਼ਾ ਸਾਡੇ ਸਿਰ ਦੇ ਉੱਤੇ, ਉਹਨੂੰ ਕਿਉਂ ਨਾ ਲਾਹ ਜਾਈਏ। ਕੋਈ ਵੀ ਇਨਸਾਨ ਆ ਉਹ ਇਹੀ ਸੋਚ ਕੇ ਸ਼ਾਇਦ ਕੋਈ ਸਟੈਪ ਲੈ ਲੈਂਦਾ ਕਿ ਸ਼ਾਇਦ ਉਹ ਦੁਨੀਆ ਜਿੱਤ ਲਈ ਆਉਣੇ ਤੇ ਉਹਨੇ ਮਤਲਬ ਕਦੀ ਮੌਤ ਆਉਣੀ ਨਹੀਂ। ਔਰ ਕੋਈ ਵੀ ਇਨਸਾਨ ਜਿਹਨੂੰ ਮੌਤ ਚੇਤਾ ਹੁੰਦੀ ਹੈ ਉਹ ਇਹ ਜਿਹੇ ਫੈਸਲੇ ਝਟਕੇ ਦੇ ਵਿੱਚ ਨਹੀਂ ਲੈਂਦਾ। ਸਾਰੇ ਆਪਣੀ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ। ਪਾਠ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਦੀਦਾਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਅਵਤਾਰ ਸਿੰਘ ਜੀ ਆਪਣੀ ਰਾਏ ਰੱਖ ਰਹੇ ਨੇ, ਅਵਤਾਰ ਸਿੰਘ ਰਿਆੜ, MS ਸਿੰਘ ਜੀ, ਅਵਤਾਰ ਸਿੰਘ ਜੀ, ਬਿਲਕੁਲ ਵੀਰ ਜੀ। ਤਾਂ ਸਾਰਿਆਂ ਦੇ ਵਿੱਚ ਹੀ ਇਸ ਸਮੇਂ ਰੋਸ਼ ਹੈ। ਅਗਲੀ ਪ੍ਰਤੀਕਿਰਿਆ ਨਿਕਲ ਕੇ ਕੀ ਆਉਂਦੀ ਹੈ ਉਹ ਜਿਹੜਾ ਕਿ ਸਮਾਂ ਹੀ ਦੱਸੇਗਾ। ਹੁਣ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ ਜੀ। ਮੈਨੂੰ ਦੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।